ਕੁਝ ਲੋਕ ਕਹਿ ਰਹੇ ਨੇ ਵੀ ਇਹ ਇਲੈਕਸ਼ਨ ਵਾਲਾ ਬਜਟ ਆ। ਕੀ ਵਾਕਿਆ ਇਲੈਕਸ਼ਨ ਵਾਲਾ ਬਜਟ ਆ ਜਾਂ ਲੋਕਾਂ ਦੀ ਭਲਾਈ ਵਾਲਾ ਬਜਟ ਆ, ਕਿਉਂਕਿ ਉਹਦੇ ਵਿੱਚ ਕਾਫੀ ਜਿਹੜਾ ਡੈਫੀਸਿਟ ਆ ਉਹ ਵੱਧ ਰਿਹਾ ਹੈਗਾ। 1.5 ਮਿਲੀਅਨ ਇੰਡੋ ਕੈਨੇਡੀਅਨਸ, ਇਹਨਾਂ ਦੀ ਕਿਸੇ ਦਾ ਪਰਿਵਾਰ, ਕਿਸੇ ਦਾ ਦੋਸਤ ਮਿੱਤਰ ਉੱਥੇ ਰਹਿੰਦੇ ਆ ਤੇ ਅਸੀਂ ਉਹਨਾਂ ਬਾਰੇ ਚਿੰਤਤ ਹੈਗੇ ਹਾਂ। ਪਤਾ ਲੱਗਾ ਸੀ ਕਿ ਭਾਰਤ ਵਰਸ਼ ਵਾਲੇ ਜੀ ਅਮਰੀਕਾ ਤੇ ਵੀ ਪ੍ਰੈਸ਼ਰ ਬਣਾ ਰਿਹਾ ਵੀ ਜਿਹੜੇ ਕੁਝ ਇਨਗਰੀਡੀਐਂਟਸ ਹੈਗੇ ਆ ਉਹ ਐਕਸਪੋਰਟ ਨਹੀਂ ਇਸ ਵੇਲੇ ਕਰ ਰਿਹਾ ਹੈ। ਜਿੱਥੋਂ ਤੱਕ ਸਿਆਸਤ ਦੀ ਗੱਲ ਹੈ, ਇਹਦੇ ਵਿੱਚ ਉਤਰਾਅ ਚੜਾਉਂਦੇ ਰਹਿੰਦੇ ਨੇ, ਰਿਸ਼ਤਿਆਂ ਦੇ ਵਿੱਚ ਤਣਾਅ ਬਣ ਜਾਂਦਾ, ਕਦੇ ਉਸ ਖਾਮੇ ਹੋ ਜਾਂਦੇ ਨੇ। ਜਿਹੜੀ ਵੈਕਸੀਨ ਦੀ ਗੱਲ ਹੈਗੀ ਆ ਜੀ, ਉਹ ਤਾਂ ਇੱਥੇ ਆਪਣੇ ਹੀ ਮੇਰਾ ਖਿਆਲ ਹਜੇ ਆਪਣੇ ਲੋਕਾਂ ਲਈ ਇੱਥੇ ਕੈਨੇਡਾ ਦੇ ਵਿੱਚ ਹੀ ਇਹਨਾਂ ਕੋਲ ਡੋਜ਼ਸ ਜਿਹੜੀਆਂ ਮੇਰਾ ਖਿਆਲ ਪੂਰੀਆਂ ਨਹੀਂ ਹੋਣੀਆਂ। ਉਸ ਪੱਖ ਤੋਂ ਤਾਂ ਨਹੀਂ, ਬਸ ਸਿਰਫ ਆਕਸੀਜਨ ਵਾਲੀ ਗੱਲ ਹੈ ਜਾਂ ਹੋਰ ਕੋਈ ਚੀਜ਼ਾਂ ਵੀ ਦੇ ਸਕਦੇ ਨੇ ਜਿਹੜੀਆਂ ਸਾਡੇ ਕੋਲ ਸਰਪਲਸ ਦੇ ਵਿੱਚ ਹੈਗੀਆਂ ਜਾਂ ਅਸੀਂ ਸੌਖੀਆਂ ਪ੍ਰੋਡਿਊਸ ਕਰ ਸਕਦੇ ਹਾਂ, ਤਾਂ ਕਿ ਇੱਥੋਂ ਦੀ ਜੋ ਕੋਵਿਡ ਦੀ ਫਾਈਟ ਹੈਗੀ ਆ ਉਸ ਨੂੰ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਸਰਕਾਰ ਨੇ ਉਸ ਨੂੰ ਕੰਪਰੋਮਾਈਜ਼ ਕਰਨਾ ਹੈ। ਅਲਬਰਟਾ ਦੇ ਵਿੱਚ ਜਿਹੜੀ ਸਰਕਾਰ ਹੈਗੀ ਆ UCP ਦੀ, ਉਹਦੇ ਤੇ ਇੱਕ ਪਾਸੇ ਤੇ ਲੋਕ ਖੁਸ਼ ਹੋ ਰਹੇ ਸੀਗੇ ਜਾਂ NDP ਵਾਲੇ ਜਿਹੜੇ ਕਹਿ ਰਹੇ ਸੀਗੇ ਬੜੇ ਦੇਰ ਤੋਂ ਪਈ ਡੇ ਕੇਅਰ ਲਈ ਜਿਹੜੀ ਸਪੋਰਟ ਦੀ ਗੱਲ ਸੀਗੀ, ਔਰ ਜੇ ਹੁਣ ਫੈਡਰਲ ਗੌਰਮੈਂਟ ਨੇ ਉਹ ਪ੍ਰੋਵਾਈਡ ਕੀਤੀ ਹੈ, ਪਰ ਪ੍ਰੋਵਿੰਸ਼ੀਅਲ ਗੌਰਮੈਂਟ ਫੇਰ ਵੀ ਉਹਦੇ ਤੋਂ ਖੁਸ਼ ਨਹੀਂ ਹੈ। ਇਹ ਕਈ ਦਹਾਕਿਆਂ ਤੋਂ ਪੇਰੈਂਟਸ ਇਹਦੀ ਮੰਗ ਕਰਦੇ ਆ ਰਹੇ ਨੇ, ਕਿਉਂਕਿ ਕੱਲ ਇੱਕ ਵਧੀਆ ਸੋਸ਼ਲ ਪਾਲਿਸੀ ਹੀ ਨਹੀਂ, ਇਹਦੇ ਨਾਲ ਇਕਨੋਮੀ ਨੂੰ ਵੀ ਬਹੁਤ ਫਾਇਦਾ ਹੋਣਾ। ਚਾਈਲਡ ਕੇਅਰ ਦੀ ਵਧੀਆ ਢੰਗ ਨਾਲ ਦੇਖਭਾਲ ਹੋ ਸਕੇ, ਬੱਚਿਆਂ ਦੀ ਦੇਖਭਾਲ ਹੋ ਸਕੇ ਤੇ ਨਾਲ ਉੱਥੇ ਪੜ੍ਹਾਈ ਹੋ ਸਕੇ ਬੱਚਿਆਂ ਦੀ। ਇਹ ਬਹੁਤ ਜ਼ਰੂਰੀ ਹੈ ਕਿ ਅਰਲੀ ਲਰਨਿੰਗ ਤੇ ਫੋਕਸ ਹੋਣਾ, ਤਾਂ ਕਿ ਉਹ ਬੱਚੇ ਅੱਗੇ ਜਾ ਕੇ ਆਪਣੇ ਆਪ ਨੂੰ ਆਪਣੀ ਪੜ੍ਹਾਈ ਦੇ ਵਿੱਚ ਅੱਗੇ ਵੱਧ ਸਕਣ। ਅੱਜ ਅਸੀਂ ਅਲਬਰਟਾ ਵੀਕਲੀ ਦੇ ਵਿੱਚ ਕੈਨੇਡਾ ਦੇ ਸਾਬਕਾ ਮਿਨਿਸਟਰ ਇਨਫਰਾਸਟਰਕਚਰ ਤੇ ਨੈਚੁਰਲ ਰਿਸੋਰਸਿਸ ਦੇ ਸਰਦਾਰ ਅਮਰਜੀਤ ਸਿੰਘ ਸੋਹੀ ਹੋਰਾਂ ਨੂੰ ਪ੍ਰੋਗਰਾਮ ਵਿੱਚ ਬੇਨਤੀ ਕੀਤੀ ਸੀ ਆਉਣ ਲਈ। ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ, ਕੁਝ ਗੱਲਬਾਤ ਜਿਹੜੀ ਹੈਗੀ ਆ ਜੀ COVID-19 ਬਾਰੇ, ਜਿਸ ਤਰ੍ਹਾਂ ਦੇ ਭਾਰਤ ਦੇ ਵਿੱਚ ਸਥਿਤੀ ਬਣੀ ਹੋਈ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਕੱਲ੍ਹ ਪ੍ਰਧਾਨ ਮੰਤਰੀ ਦੇ ਆਫਿਸ ਦੇ ਵਿੱਚ ਰਾਬਤਾ ਕਾਇਮ ਕੀਤਾ ਸੀ, ਉਹਦੀ ਗੱਲਬਾਤ ਵੀ ਉਹਨਾਂ ਤੋਂ ਪਤਾ ਕਰਾਂਗੇ। ਔਰ ਦੂਸਰਾ ਜਿਹੜਾ ਫੈਡਰਲ ਸਰਕਾਰ ਵੱਲੋਂ ਬਜਟ ਲਿਆਂਦਾ ਗਿਆ ਉਹਦੇ ਬਾਰੇ ਸਰਦਾਰ ਅਮਰਜੀਤ ਸਿੰਘ ਸੋਹੀ ਹੋਰਾਂ ਤੋਂ ਪੁੱਛਾਂਗੇ ਕਿ ਉਹ ਕੁਝ ਲੋਕ ਕਹਿ ਰਹੇ ਨੇ ਵੀ ਇਹ ਇਲੈਕਸ਼ਨ ਵਾਲਾ ਬਜਟ ਆ। ਕੀ ਵਾਕਿਆ ਇਲੈਕਸ਼ਨ ਵਾਲਾ ਬਜਟ ਆ ਜਾਂ ਲੋਕਾਂ ਦੀ ਭਲਾਈ ਵਾਲਾ ਬਜਟ ਆ, ਕਿਉਂਕਿ ਉਹਦੇ ਵਿੱਚ ਕਾਫੀ ਜਿਹੜਾ ਡੈਫੀਸਿਟ ਆ ਉਹ ਵੱਧ ਰਿਹਾ ਹੈਗਾ। ਸੋ ਸਾਰੀਆਂ ਗੱਲਾਂ ਬਾਤਾਂ ਅਮਰਜੀਤ ਸਿੰਘ ਸੋਹੀ ਹੋਰਾਂ ਤੋਂ ਪੁੱਛਾਂਗੇ। ਇਹ ਐਡਮਿੰਟਨ ਸ਼ਹਿਰ ਦੇ ਸਾਬਕਾ ਕਾਉਂਸਲਰ ਵੀ ਰਹੇ ਨੇ ਜੀ, 2 ਟਰਮ ਇੱਥੇ ਸ਼ਹਿਰ ਦੇ ਵਿੱਚ ਇਹਨਾਂ ਇੱਥੇ ਸਾਡੇ ਵਸਨੀਕਾਂ ਦੀ ਬੜੀ ਸੇਵਾ ਕੀਤੀ ਆ ਤੇ ਹੁਣ ਇੱਥੇ ਐਡਮਿੰਟਨ ਦੇ ਵਿੱਚ ਗ੍ਰੈਂਡ ਮੈਕਯੂਨ ਯੂਨੀਵਰਸਿਟੀ ਜਿਹੜੀ ਆ ਉੱਥੇ ਵੀ ਕੋਰਸ ਅੱਜ ਕੱਲ੍ਹ ਪੜ੍ਹਾ ਰਹੇ ਨੇ। ਸੋ ਜੀ ਆਇਆਂ ਨੂੰ ਸੋਹੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਤੁਹਾਡੇ TV ਦੇ ਜ਼ਰੀਏ ਤੁਹਾਡੇ ਸਰੋਤਿਆਂ ਦੇ ਨਾਲ ਗੱਲਬਾਤ ਸਾਂਝੀ ਕਰ ਸਕਾਂ। ਸੋਹੀ ਸਾਹਿਬ, ਪਹਿਲਾਂ ਤਾਂ ਇਹ ਦੱਸੋ, ਜਿਹੜਾ ਭਾਰਤ ਵਰਸ਼ ਦੇ ਵਿੱਚ ਆਪਾਂ ਦੇਖ ਰਹੇ ਹਾਂ COVID-19 ਕਰਕੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਔਰ ਮੈਨੂੰ ਪਤਾ ਤੁਸੀਂ ਰੇਡੀਓ 'ਤੇ ਇੱਥੇ ਗੱਲਬਾਤ ਕੀਤੀ ਸੀਗੀ, ਉਹ ਜਿਹੜੀ ਗੱਲਬਾਤ ਜਿਹੜੀ ਹੋਈ ਜੀ ਤੁਹਾਡੀ ਪ੍ਰਧਾਨ ਮੰਤਰੀ ਸਾਹਿਬ ਦੇ ਇੱਥੇ ਜਸਟਿਨ ਟਰੂਡੋ ਹੋਰਾਂ ਦੇ ਦਫ਼ਤਰ ਜਾਂ ਐਕਸਟਰਨਲ ਅਫੇਅਰ ਮਿਨਿਸਟਰ ਮਾਰਕ ਗਾਰਨੋ ਹੋਰਾਂ ਨਾਲ, ਉਹ ਦੱਸੋ ਸਾਨੂੰ ਵੀ ਉਹ ਕੀ ਗੱਲਬਾਤ ਹੋਈ ਸੀ ਤੇ ਉਹਦਾ ਕੀ ਅਗਾਂਹ ਕੋਈ ਅਸਰ ਹੋਇਆ ਜੀ? ਦੇਖੋ, ਇੰਡੀਆ ਦੇ ਵਿੱਚ ਇਸ ਵੇਲੇ ਕੋਵਿਡ ਦੀ ਸਿਚੁਏਸ਼ਨ ਬਹੁਤ ਗੰਭੀਰ ਬਣ ਗਈ ਹੈ ਜੀ। ਉੱਥੇ ਆਕਸੀਜਨ ਦੀ ਘਾਟ ਆ ਰਹੀ ਹੈ ਤੇ ਹਸਪੀਟਲ ਦੇ ਵਿੱਚ ਜਿੰਨਾ ਵੀ ਇਨਫਰਾਸਟਰਕਚਰ ਸੀ ਉਹ ਕੋਪ ਨਹੀਂ ਕਰ ਰਿਹਾ। ਇੰਨੇ ਕੇਸ ਜ਼ਿਆਦਾ ਵੱਧ ਗਏ ਤੇ ਇੰਨੀਆਂ ਮੌਤਾਂ ਹੋ ਰਹੀਆਂ ਨੇ। ਤੇ ਅਸੀਂ ਜੋ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਆਪਣਾ ਕਿਸੇ ਨਾ ਕਿਸੇ ਤਰ੍ਹਾਂ ਸੰਬੰਧ ਹਿੰਦੁਸਤਾਨ ਦੇ ਨਾਲ ਹੈ। 1.5 ਮਿਲੀਅਨ ਇੰਡੋ ਕੈਨੇਡੀਅਨਸ, ਇਹਨਾਂ ਦੀ ਕਿਸੇ ਦਾ ਪਰਿਵਾਰ, ਕਿਸੇ ਦਾ ਦੋਸਤ ਮਿੱਤਰ ਉੱਥੇ ਰਹਿੰਦੇ ਆ ਤੇ ਅਸੀਂ ਉਹਨਾਂ ਬਾਰੇ ਚਿੰਤਤ ਹੈਗੇ ਹਾਂ। ਇਸ ਚਿੰਤਾ ਨੂੰ ਜ਼ਾਹਰ ਕਰਨ ਵਾਸਤੇ ਮੈਂ ਕੱਲ੍ਹ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਦੇ ਸਟਾਫ ਦੇ ਨਾਲ ਗੱਲ ਕੀਤੀ ਸੀ ਤੇ ਨਾਲ ਹੀ ਨਾਲ ਸਾਡੇ ਫੋਰਨ ਅਫੇਅਰਸ ਦੇ ਮਿਨਿਸਟਰ ਮਾਰਕ ਗਾਰਨੋ, ਉਹਨਾਂ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਸੀ। ਨਾਲ ਹੀ ਨਾਲ ਅਨੀਤਾ ਆਨੰਦ ਜੋ ਸਾਡੇ ਪ੍ਰੋਕਿਊਰਮੈਂਟ ਦੇ ਮਿਨਿਸਟਰ ਨੇ,
ਜੋ ਬਹੁਤ ਵਧੀਆ ਲੀਡ ਲੈ ਰਹੇ ਨੇ ਕੈਨੇਡਾ ਦੇ ਵਿੱਚ ਕੋਵਿਡ ਦੀ ਵੈਕਸੀਨੇਸ਼ਨ ਦੀ ਸਪਲਾਈ ਵਾਸਤੇ, ਉਹਨਾਂ ਦੇ ਦਫ਼ਤਰ ਵੀ ਮੈਂ ਮੈਸੇਜ ਭੇਜਿਆ ਸੀਗਾ ਕਿ ਅਸੀਂ ਆਪਣੇ ਵੱਲੋਂ ਕੀ ਕਰ ਸਕਦੇ ਹਾਂ ਹਿੰਦੁਸਤਾਨ ਦੇ ਲੋਕਾਂ ਦੀ ਮਦਦ ਕਰਨ ਦੇ ਲਈ। ਤੇ ਮੈਨੂੰ ਜੋ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਉਹ ਇਹ ਹੈ ਕਿ ਕੈਨੇਡਾ ਹਿੰਦੁਸਤਾਨ ਦੇ ਨਾਲ ਲਗਾਤਾਰ ਗੱਲਬਾਤ ਕਰ ਰਿਹਾ। ਜਿਹੜੇ ਸਾਡੇ ਉੱਥੇ ਹਾਈ ਕਮਿਸ਼ਨਰ ਨੇ ਦਿੱਲੀ ਦੇ ਵਿੱਚ, ਉਹ ਉੱਥੋਂ ਦੇ ਅਫੀਸ਼ਲ ਦੇ ਨਾਲ ਗੱਲਬਾਤ ਕਰ ਰਹੇ ਨੇ। ਤੇ ਕੈਨੇਡਾ ਇੱਥੋਂ ਤਿਆਰ ਹੈ ਕਿ ਜੇ ਕੋਈ ਵੈਂਟੀਲੇਟਰ ਦੀ ਉਹਨਾਂ ਨੂੰ ਲੋੜ ਆ, ਜਾਂ ਸਪਲਾਈ ਜਿਹੜੀ ਆਕਸੀਜਨ ਦੀ ਸਪਲਾਈ ਆ ਉਹਨੂੰ ਮੈਨੂਫੈਕਚਰ ਕਰਨ ਵਾਸਤੇ ਲੋੜ ਹੈ, ਜਾਂ ਹੋਰ ਪ੍ਰੋਟੈਕਟਿਵ ਸਰਵਿਸਿਜ਼ ਦੀ ਜਾਂ ਇਕਵਿਪਮੈਂਟ ਦੀ ਜੋ ਲੋੜ ਹੈ, ਜਦੋਂ ਵੀ ਇੰਡੀਆ ਨੇ ਮੰਗ ਕੀਤੀ ਕੈਨੇਡਾ ਉਹ ਸਪਲਾਈ ਕਰਨ ਵਾਸਤੇ ਤਿਆਰ ਹੈ। ਕਿਉਂਕਿ ਅਸੀਂ ਇਹ ਸਮਝਦੇ ਹਾਂ, ਆਪਣੀ ਸਰਕਾਰ ਇਹ ਸਮਝਦੀ ਹੈ ਕਿ ਸਾਡਾ ਫਰਜ਼ ਬਣਦਾ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਜਾਵੇ। ਤੇ ਉਹਦੀ ਕੋਈ ਹੋਇਆ ਜੀ ਉਹ ਤੋਂ ਬਾਅਦ ਦੇ ਵਿੱਚ ਕੋਈ ਗੱਲਬਾਤ? ਹਾਂਜੀ, ਜੋ ਅੱਜ ਦੀਆਂ ਸਟੇਟਮੈਂਟਸ ਆਈਆਂ ਨੇ ਉਹ ਇਹ ਹੈ ਕਿ ਕੈਨੇਡੀਅਨ ਗਵਰਨਮੈਂਟ ਇੰਡੀਅਨ ਅਫੀਸ਼ੀਅਲਸ ਦੇ ਨਾਲ ਲਗਾਤਾਰ ਇਨ ਟੱਚ ਹੈਗੀ ਆ ਤੇ ਉੱਥੋਂ ਦੀ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੀ ਹੈ। ਕੀ ਹੈਲਪ ਕੀਤੀ ਜਾ ਸਕਦੀ ਹੈ ਇਹਦੇ ਬਾਰੇ ਵੀ ਗੱਲਬਾਤ ਚੱਲ ਰਹੀ ਹੈ ਤੇ ਆਸ ਹੈ ਕਿ ਜ਼ਰੂਰ ਇਹਦੇ ਵਿੱਚੋਂ ਕੋਈ ਨਾ ਕੋਈ ਵਧੀਆ ਨਤੀਜਾ ਨਿਕਲੇਗਾ ਤੇ ਕੈਨੇਡਾ ਆਪਣੇ ਵੱਲੋਂ ਆਪਣਾ ਬਣਦਾ ਯੋਗਦਾਨ ਪਾ ਸਕੇਗਾ। ਪਤਾ ਲੱਗਾ ਸੀ ਕਿ ਭਾਰਤ ਵਰਸ਼ ਵਾਲੇ ਜੀ ਅਮਰੀਕਾ ਤੇ ਵੀ ਪ੍ਰੈਸ਼ਰ ਬਣਾ ਰਿਹਾ ਹੈ ਵੀ ਜਿਹੜੇ ਕੁਝ ਇਨਗਰੀਡੀਐਂਟਸ ਹੈਗੇ ਆ ਉਹ ਐਕਸਪੋਰਟ ਨਹੀਂ ਇਸ ਵੇਲੇ ਕਰ ਰਿਹਾ ਹੈ, ਉਹਦੇ ਵਿੱਚ ਵੀ ਕੁਝ ਕੈਨੇਡਾ ਮਦਦ ਕਰ ਸਕਦਾ ਭਾਰਤ ਦੀ ਕਿ ਨਹੀਂ ਜੀ? ਦੇਖੋ, ਉਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਹੈ ਕਿਉਂਕਿ ਬਹੁਤ ਤਾਂ ਮੈਂ ਡਿਟੇਲ ਦੇ ਵਿੱਚ ਨਹੀਂ ਦੇਖਿਆ। ਮੇਰਾ ਜੋ ਪਹਿਲੇ 2 ਦਿਨਾਂ ਦਾ ਫੋਕਸ ਇਹੀ ਰਿਹਾ ਕਿ ਆਪਾਂ ਕੈਨੇਡੀਅਨ ਗਵਰਨਮੈਂਟ ਕਿਸ ਤਰ੍ਹਾਂ ਹਿੰਦੁਸਤਾਨ ਦੇ ਲੋਕਾਂ ਦੀ ਇਸ ਵਿਪਤਾ ਦੇ ਵਿੱਚ ਮਦਦ ਕਰ ਸਕਦੀ ਹੈ। ਵੈਸੇ ਸੋਹੀ ਸਾਹਿਬ, ਤੁਹਾਨੂੰ ਯਾਦ ਹੋਣਾ ਜਦੋਂ ਪਿਛਲੀ ਵਾਰੀ ਪ੍ਰਧਾਨ ਮੰਤਰੀ ਸਾਹਿਬ ਉੱਥੇ ਗਏ ਸੀਗੇ ਭਾਰਤ ਵਰਸ਼ ਵਿੱਚ, ਔਰ ਉਸ ਤੋਂ ਬਾਅਦ ਜਿਹੜਾ ਉੱਥੋਂ ਦਾ ਮੀਡੀਆ ਉਹਨਾਂ ਨੇ ਕੋਈ ਪੋਜ਼ੀਟਿਵ ਰੁਖ ਨਹੀਂ ਸੀ ਕੈਨੇਡਾ ਪ੍ਰਤੀ ਅਪਣਾਇਆ। ਤੁਹਾਨੂੰ ਲੱਗਦਾ ਵੀ ਇਹ ਜਿਹੜਾ ਜੈਸਚਰ ਕੈਨੇਡਾ ਹੁਣ ਕਰ ਰਿਹਾ ਇਹਦਾ ਕੋਈ ਅਸਰ ਹੋਏਗਾ ਉੱਥੋਂ ਦਾ? ਦੇਖੋ, ਜਿੱਥੋਂ ਤੱਕ ਸਿਆਸਤ ਦੀ ਗੱਲ ਹੈ ਇਹਦੇ ਵਿੱਚ ਉਤਰਾਅ ਚੜਾਉਂਦੇ ਰਹਿੰਦੇ ਨੇ, ਰਿਸ਼ਤਿਆਂ ਦੇ ਵਿੱਚ ਤਣਾਅ ਬਣ ਜਾਂਦਾ, ਕਦੇ ਉਹ ਸੁਖਾਵੇਂ ਹੋ ਜਾਂਦੇ ਨੇ। ਪਰ ਇੱਦਾਂ ਦੀ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਜਿਹੜੇ ਭੁਲੇਖੇ ਹੁੰਦੇ ਜਾਂ ਪਾਸਟ ਦੀਆਂ ਜਿਹੜੀਆਂ ਇੱਕ ਦੂਜੇ ਨਾਲ ਤੰਗੀਆਂ ਆਈਆਂ ਹੁੰਦੀਆਂ ਉਹ ਦੂਰ ਰੱਖ ਕੇ ਇੱਦਾਂ ਦੀ ਦੁੱਖ ਦੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ। ਇਸ ਗੱਲ ਤੇ ਆਪਣੀ ਸਰਕਾਰ ਫੋਕਸ ਹੈਗੀ ਹੈ। ਇਹੀ ਗੱਲ ਦਾ ਜਿਹੜਾ ਮੈਸੇਜ ਮਿਨਿਸਟਰ ਗਾਰ ਨੂੰ ਉਹਨਾਂ ਨੇ ਜਦ ਮੈਂ ਗੱਲ ਕੀਤੀ, ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਆਪਣਾ ਜਿਹੜਾ ਇਸ ਵੇਲੇ ਫੋਕਸ ਹੈ ਕਿ ਕੀ ਅਸੀਂ ਯੋਗਦਾਨ ਪਾ ਸਕਦੇ ਹਾਂ ਕੋਵਿਡ ਨੂੰ ਹਿੰਦੁਸਤਾਨ ਦੇ ਵਿੱਚ ਰੋਕਣ ਵਾਸਤੇ। ਜਿਹੜੀ ਵੈਕਸੀਨ ਦੀ ਗੱਲ ਹੈਗੀ ਆ ਜੀ, ਉਹ ਤਾਂ ਇੱਥੇ ਆਪਣੇ ਹੀ ਮੇਰਾ ਖਿਆਲ ਹਜੇ ਆਪਣੇ ਲੋਕਾਂ ਲਈ ਇੱਥੇ ਕੈਨੇਡਾ ਦੇ ਵਿੱਚ ਹੀ ਇਹਨਾਂ ਕੋਲ ਡੋਜ਼ਸ ਜਿਹੜੀਆਂ ਮੇਰਾ ਖਿਆਲ ਪੂਰੀਆਂ ਨਹੀਂ ਹੋਣੀਆਂ, ਉਸ ਪੱਖ ਤੋਂ ਤਾਂ ਨਹੀਂ, ਬਸ ਸਿਰਫ ਆਕਸੀਜਨ ਵਾਲੀ ਗੱਲ ਹੈ ਜਾਂ ਹੋਰ ਕੋਈ ਚੀਜ਼ਾਂ ਵੀ ਦੇ ਸਕਦੇ ਨੇ? ਉਹੀ ਚੀਜ਼ਾਂ ਜੋ ਇੱਥੇ ਜਿਨ੍ਹਾਂ ਦੀ ਲੋੜ ਨਹੀਂ ਹੈ ਜਾਂ ਜਿਹੜੀਆਂ ਸਾਡੇ ਕੋਲ ਸਰਪਲਸ ਦੇ ਵਿੱਚ ਹੈਗੀਆਂ ਜਾਂ ਅਸੀਂ ਸੌਖੀਆਂ ਪ੍ਰੋਡਿਊਸ ਕਰ ਸਕਦੇ ਹਾਂ, ਤਾਂ ਕਿ ਇੱਥੋਂ ਦੀ ਜੋ ਕੋਵਿਡ ਦੀ ਫਾਈਟ ਹੈਗੀ ਆ ਉਸ ਨੂੰ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਸਰਕਾਰ ਨੇ ਉਸ ਨੂੰ ਕੰਪਰੋਮਾਈਜ਼ ਕਰਨਾ। ਵੈਕਸੀਨੇਸ਼ਨ ਜਿਹੜੀ ਆ ਰਹੀ ਹੈ ਉਹ ਆਪਾਂ ਨੂੰ ਕੁਝ ਇੰਡੀਆ ਤੋਂ ਵੀ ਆਈ ਸੀਗੀ, ਬਾਕੀ ਦੂਜੇ ਦੇਸ਼ਾਂ ਤੋਂ ਆ ਰਹੀ ਹੈ ਤੇ ਵੈਕਸੀਨੇਸ਼ਨ ਦੀ ਸਪਲਾਈ ਜਿਹੜੀ ਹੈਗੀ ਹੈ, ਵੈਕਸੀਨਸ ਦੀ ਸਪਲਾਈ ਜਿਹੜੀ ਹੈਗੀ ਹੈ ਕੈਨੇਡਾ ਦੇ ਵਿੱਚ ਹੁਣ ਕਾਫੀ ਹੋਰ ਵੱਧ ਰਹੀ ਹੈ ਤੇ ਹੋਰ ਵੀ ਵਧਣੀ ਹੈ ਤੇ ਵੱਧ ਤੋਂ ਵੱਧ ਪ੍ਰੋਵਿੰਸ ਜਿੰਨਾ ਵੀ ਵੈਕਸੀਨੇਟ ਕਰ ਸਕਦੇ ਨੇ ਆਪਣੇ ਸਿਟੀਜ਼ਨਸ ਨੂੰ ਉਹ ਕਰ ਰਹੀਆਂ ਨੇ। ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਕੋਵਿਡ ਜਿਹੜਾ ਕਾਫੀ ਕੰਟਰੋਲ ਹੋ ਜਾਵੇਗਾ। ਚੰਗੀ ਗੱਲ ਹੈ ਜੀ, ਕੰਟਰੋਲ ਹੋਵੇ ਔਰ ਜਿਹੜੇ ਕੰਮ ਕਾਰ ਨੇ ਉਹ ਫਿਰ ਦੁਬਾਰਾ ਚੱਲ ਸਕਣ, ਸਾਰੇ ਲੋਕਾਂ ਦੀ ਇਹੀ ਇੱਛਾ ਹੈਗੀ ਆ। ਸੋਹੀ ਸਾਹਿਬ, ਇੱਕ ਜਿਹੜਾ ਆਪਣੇ ਬਜਟ ਸਰਕਾਰ ਨੇ ਲਿਆਂਦਾ ਪਿਛਲੇ ਦਿਨਾਂ ਦੇ ਵਿੱਚ, ਉਹਦੇ ਬਾਰੇ ਦੱਸੋ ਵੀ ਕੀ ਉਹ ਮੁੜ ਇਕੋਨਮੀ ਨੂੰ ਰਾਹ 'ਤੇ ਲਿਆਉਣ ਵਾਲਾ ਬਜਟ ਕਿਹਾ ਜਾ ਸਕਦਾ ਜੀ ਉਹਨੂੰ? ਆਪਾਂ ਬਜਟ ਨੂੰ 3 ਪੱਖਾਂ ਤੋਂ ਦੇਖ ਸਕਦੇ ਹਾਂ। ਪਹਿਲਾ ਪੱਖ ਤੇ ਹੈ ਕਿ ਇਸ ਵੇਲੇ ਕੋਵਿਡ ਦੀ ਜੋ ਵਿਪਤਾ ਚੱਲ ਰਹੀ ਹੈ ਇਹਦੇ ਵਿੱਚ ਲੋਕਾਂ ਦੇ ਉੱਪਰ ਤੇ ਬਿਜ਼ਨਸ ਦੇ ਉੱਪਰ ਕੀ ਅਸਰ ਪੈ ਰਿਹਾ, ਉਹਨਾਂ ਨੂੰ ਅਸੀਂ ਕਿਵੇਂ ਸਪੋਰਟ ਕਰ ਸਕਦੇ ਹਾਂ, ਉਹਨੂੰ ਕੰਟੀਨਿਊ ਰੱਖਣਾ। ਤੇ ਗਵਰਨਮੈਂਟ ਉਹ ਜਿਹੜੇ ਸਾਰੇ ਹੀ ਜਿਹੜੇ ਪ੍ਰੋਗਰਾਮ ਸੀ ਉਹਨਾਂ ਨੂੰ ਸਪਟੰਬਰ ਤੱਕ ਐਕਸਟੈਂਡ ਕਰ ਰਹੀ ਹੈ ਤੇ ਨਾਲ ਹੀ ਨਾਲ ਜਦੋਂ ਜਿਉਂ ਬਿਜ਼ਨਸ ਖੋਲ੍ਹਣੇ ਸ਼ੁਰੂ ਹੋਣਗੇ ਉਹਨਾਂ ਨੂੰ ਇਨਸੈਂਟਿਵ ਦੇ ਰਹੀ ਹੈ ਕਿ ਤੁਸੀਂ ਵਰਕਰਸ ਨੂੰ ਹਾਇਰ ਕਰੋ
ਤੇ ਅਸੀਂ ਤੁਹਾਡੀ ਵੇਜ ਦਾ ਕੁਝ ਹਿੱਸਾ ਉਹਨਾਂ ਵਰਕਰ ਵਾਸਤੇ ਪੇ ਕਰਾਂਗੇ। ਹਮ, ਤੇ ਦੂਸਰਾ ਜਿਹੜਾ ਪਹਿਲੂ ਹੈ ਕਿ ਜਦੋਂ ਕੋਵਿਡ ਖਤਮ ਹੋਇਆ ਤੇ ਰਿਕਵਰੀ ਕਿਵੇਂ ਹੋਣੀ ਹੈ, ਜੌਬਸ ਕਿਵੇਂ ਕ੍ਰੀਏਟ ਹੋਣੇ ਤੇ ਇਕਨੋਮਿਕ ਗਰੋਥ ਨੂੰ ਅਸੀਂ ਅੱਗੇ ਕਿਵੇਂ ਵਧਾਉਣਾ ਹੈ। ਇਸ ਵੇਲੇ ਕੋਵਿਡ ਤੋਂ ਪਹਿਲਾਂ ਜਿੰਨੀਆਂ ਜੌਬਸ ਸੀਗੀਆਂ ਉਦੋਂ 500,000 ਘੱਟ ਜੌਬਸ ਅਵੇਲੇਬਲ ਹੈਗੀਆਂ ਕੈਨੇਡੀਅਨ ਲੋਕਾਂ ਨੂੰ। ਉਹ ਜਿਹੜੀਆਂ ਜੌਬ ਲਾਸ ਹੋਈਆਂ ਨੇ ਉਹਨਾਂ ਨੂੰ ਕਿਵੇਂ ਰਿਕਵਰ ਅਸੀਂ ਕਰਨਾ ਹੈ, ਕਿਹੜੀ ਇਕਾਨਮੀ ਦੇ ਵਿੱਚ ਇਨਵੈਸਟ ਕਰਨਾ, ਕਿਵੇਂ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟ ਕਰਨਾ, ਕਿਵੇਂ ਅਸੀਂ ਚਾਈਲਡ ਕੇਅਰ ਦੀ ਜਿਹੜੀ ਪ੍ਰੋਵੀਜ਼ਨ ਹੈਗੇ ਤਾਂ ਕਿ ਔਰਤਾਂ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਇਸ ਕੋਵਿਡ ਦੇ ਵਿੱਚ, ਉਹ ਕੰਮ ਤੇ ਦੁਬਾਰਾ ਕਿਵੇਂ ਜਾ ਸਕਦੇ ਨੇ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਤੇ ਇਕਾਨਮੀ ਨੂੰ ਵਧੀਆ ਬਣਾਉਣ ਦੇ ਵਿੱਚ ਹਿੱਸਾ ਪਾ ਸਕਣ। ਤੇ ਨਾਲ ਹੀ ਨਾਲ ਜੋ ਕਲਾਈਮੇਟ ਚੇਂਜ ਹੈ ਉਹਨੂੰ ਰੋਕਣ ਵਾਸਤੇ ਜਿਹੜੀਆਂ ਗ੍ਰੀਨ ਜੌਬਸ ਅਸੀਂ ਕ੍ਰੀਏਟ ਕਰ ਸਕਦੇ ਹਾਂ, ਟੈਕਨੋਲੋਜੀ ਨੂੰ ਅੱਗੇ ਵਧਾ ਕੇ ਜਾਂ ਕਾਰਬਨ ਨੂੰ ਕੈਪਚਰ ਕਰਕੇ ਜਾਂ ਜਿਹੜੀ ਹਾਈਡਰੋਜਨ ਨੂੰ ਪ੍ਰਮੋਟ ਕਰਕੇ ਜਿਹੜੀਆਂ ਜੌਬਸ ਕ੍ਰੀਏਟ ਕੀਤੀਆਂ ਜਾ ਸਕਦੀਆਂ ਨੇ। ਸੋ ਇਹ ਤਿੰਨ ਪਹਿਲੂ ਨੇ ਜਿਹੜੇ ਬਜਟ ਤੇ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਨੇ ਇਸ ਵੇਲੇ ਮਦਦ ਕਰਨ ਵਾਸਤੇ ਤੇ ਇਕਾਨਮੀ ਨੂੰ ਅੱਗੇ ਤੋਰਨ ਵਾਸਤੇ। ਅਮਰਜੀਤ ਜੀ, ਜਿਹੜੇ ਆਪਣੇ ਤੁਹਾਨੂੰ ਪਤਾ ਆਪਣੇ ਅਲਬਰਟਾ ਦੇ ਵਿੱਚ ਜਿਹੜੀ ਸਰਕਾਰ ਹੈਗੀ ਆ UCP ਦੀ, ਉਹਦੇ ਤੇ ਇੱਕ ਪਾਸੇ ਤੇ ਲੋਕ ਖੁਸ਼ ਹੋ ਰਹੇ ਸੀਗੇ ਜਾਂ NDP ਵਾਲੇ ਜਿਹੜੇ ਕਹਿ ਰਹੇ ਸੀਗੇ ਬੜੇ ਦੇਰ ਤੋਂ ਪਈ ਡੇ ਕੇਅਰ ਲਈ ਜਿਹੜੀ ਸਪੋਰਟ ਦੀ ਗੱਲ ਸੀਗੀ, ਔਰ ਜੇ ਹੁਣ ਫੈਡਰਲ ਗੌਰਮੈਂਟ ਨੇ ਉਹ ਪ੍ਰੋਵਾਈਡ ਕੀਤੀ ਹੈ ਪਰ ਪ੍ਰੋਵਿੰਸ਼ੀਅਲ ਗੌਰਮੈਂਟ ਫਿਰ ਵੀ ਉਹਦੇ ਤੋਂ ਖੁਸ਼ ਨਹੀਂ ਹੈ। ਦੇਖੋ, ਜਿਹੜਾ ਇਹ ਅਰਲੀ ਲਰਨਿੰਗ ਤੇ ਚਾਈਲਡ ਕੇਅਰ ਵਾਲਾ ਪ੍ਰੋਗਰਾਮ ਹੈ, ਇਹ ਕਈ ਦਹਾਕਿਆਂ ਤੋਂ ਪੇਰੈਂਟਸ ਇਹਦੀ ਮੰਗ ਕਰਦੇ ਆ ਰਹੇ ਨੇ ਕਿਉਂਕਿ ਕੱਲ ਇੱਕ ਵਧੀਆ ਸੋਸ਼ਲ ਪਾਲਿਸੀ ਹੀ ਨਹੀਂ, ਇਹਦੇ ਨਾਲ ਇਕੋਨਮੀ ਨੂੰ ਵੀ ਬਹੁਤ ਫਾਇਦਾ ਹੋਣਾ ਹੈ। ਅਗਰ ਜੋ ਔਰਤਾਂ ਇਸ ਵੇਲੇ ਕੰਮ ਨਹੀਂ ਕਰ ਸਕਦੀਆਂ ਉਹ ਅਗਰ ਕੰਮ ਕਰ ਸਕਣ, ਚਾਈਲਡ ਕੇਅਰ ਦੀ ਵਧੀਆ ਢੰਗ ਨਾਲ ਦੇਖਭਾਲ ਹੋ ਸਕੇ, ਬੱਚਿਆਂ ਦੀ ਦੇਖਭਾਲ ਹੋ ਸਕੇ ਤੇ ਨਾਲ ਉੱਥੇ ਪੜ੍ਹਾਈ ਹੋ ਸਕੇ ਬੱਚਿਆਂ ਦੀ, ਇਹ ਬਹੁਤ ਜ਼ਰੂਰੀ ਹੈ ਕਿ ਅਰਲੀ ਲਰਨਿੰਗ ਤੇ ਫੋਕਸ ਹੋਣਾ ਤਾਂ ਕਿ ਉਹ ਬੱਚੇ ਅੱਗੇ ਜਾ ਕੇ ਆਪਣੇ ਆਪ ਨੂੰ ਆਪਣੀ ਪੜ੍ਹਾਈ ਦੇ ਵਿੱਚ ਅੱਗੇ ਵੱਧ ਸਕਣ। ਸੋ ਇਹਦੇ ਨਾਲ ਬਹੁਤ ਫਾਇਦਾ ਹੋਣਾ ਸਾਡੀ ਇਕਾਨਮੀ ਨੂੰ ਤੇ ਮੈਨੂੰ ਆਸ ਹੈ ਕਿ ਅਲਬਰਟਾ ਦੀ ਗਵਰਨਮੈਂਟ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖੇਗੀ ਤੇ ਫੈਡਰਲ ਗਵਰਨਮੈਂਟ ਦੇ ਨਾਲ ਇਸ ਪ੍ਰੋਗਰਾਮ ਨੂੰ ਨੈਗੋਸ਼ੀਏਟ ਕਰੇਗੀ ਤਾਂ ਕਿ ਜਿਹੜਾ ਫੈਡਰਲ ਗਵਰਨਮੈਂਟ ਤੋਂ ਪੈਸਾ ਆਉਣਾ ਸਾਡੀ ਆਪਣੀ ਸਟੇਟ ਦੇ ਵਿੱਚ ਇਨਵੈਸਟ ਹੋ ਸਕੇ, ਅਰਲੀ ਲਰਨਿੰਗ ਤੇ ਚਾਈਲਡ ਕੇਅਰ ਦੇ ਸਪੇਸ ਹੋਰ ਕ੍ਰੀਏਟ ਹੋ ਸਕਣ ਤੇ ਔਰਤਾਂ ਨੂੰ ਇਹ ਸੌਖਾ ਹੋ ਸਕੇ ਜਾਂ ਪੇਰੈਂਟਸ ਨੂੰ ਇਹ ਸੌਖਾ ਹੋ ਸਕੇ ਕਿ ਉਹ ਕੰਮ ਤੇ ਜਾ ਸਕਣ। ਜਿਹੜਾ ਆਪਾਂ ਗੱਲ ਕਰਦੇ ਹਾਂ ਜੀ ਗ੍ਰੀਨ ਜੌਬ ਮਤਲਬ ਇਕੋਨਮੀ ਦੀ ਕਿ ਮਤਲਬ ਕਾਰਬਨ ਐਮਿਸ਼ਨਸ ਘਟਾਈਆਂ ਜਾਣ, ਉਹਦੇ ਤੋਂ ਸੋਈ ਸਾਹਿਬ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਉਹ ਮੈਨੂੰ ਲੱਗਦਾ ਜੀ ਵੀ ਬਹੁਤ ਹੀ ਘੱਟ ਖੁਸ਼ ਰਹਿੰਦੀ ਆ। ਡਜ਼ਨਟ ਮੈਟਰ ਭਈ ਆਟਵਾ ਜਿਸ ਤਰ੍ਹਾਂ ਦੀ ਵੀ ਪਾਲਿਸੀ ਲਿਆਵੇ, ਉਹਦਾ ਕੀ ਕਾਰਨ ਹੈਗਾ? ਦੇਖੋ, ਅਸੀਂ ਅਲਬਰਟਾ ਦੇ ਵਿੱਚ ਆਇਲ ਐਂਡ ਗੈਸ ਤੇ ਬਹੁਤ ਡਿਪੈਂਡੈਂਟ ਹੈਗੇ ਆ ਤੇ ਆਇਲ ਐਂਡ ਗੈਸ ਸਾਡੀ ਇਕਾਨਮੀ ਦਾ ਹਿੱਸਾ ਰਿਹਾ ਹੈ ਤੇ ਰਹਿਣਾ ਵੀ ਆ ਫਿਊਚਰ ਦੇ ਵਿੱਚ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੋ ਉਸ ਦੇ ਨੈਗੇਟਿਵ ਅਸਰ ਨੇ ਉਹਨਾਂ ਨੂੰ ਇਗਨੋਰ ਕਰੀਏ। ਜੋ ਐਮਿਸ਼ਨਸ ਪੈਦਾ ਹੁੰਦੀਆਂ ਨੇ ਜਦੋਂ ਫੋਸਲ ਫਿਊਲ ਬਰਨ ਕਰਦੇ ਆ, ਉਹਦਾ ਵਾਤਾਵਰਨ ਤੇ ਬਹੁਤ ਜ਼ਿਆਦਾ ਮਾੜਾ ਅਸਰ ਪੈਂਦਾ। ਉਹਦੇ ਨਾਲ ਜਿਹੜਾ ਸਾਡਾ ਟੈਂਪਰੇਚਰ ਆ ਹੋਰ ਗਰਮ ਹੋ ਰਿਹਾ ਤੇ ਉਹ ਜਿਹੜਾ ਟੈਂਪਰੇਚਰ ਗਰਮ ਹੋਣ ਦੇ ਨਾਲ ਜਿਹੜੇ ਸਮੁੰਦਰਾਂ ਦੇ ਪਾਣੀ ਨੇ ਉਹ ਗਰਮ ਹੋ ਰਹੇ ਨੇ, ਓਸ਼ਨ ਦੇ ਨੇੜੇ ਜਿਹੜੀਆਂ ਕਮਿਊਨਿਟੀਜ਼ ਨੇ ਉਹ ਤੇ ਮਾੜਾ ਅਸਰ ਪੈ ਰਿਹਾ ਤੇ ਨਾਰਦਰਨ ਕਮਿਊਨਿਟੀਜ਼ ਖਾਸ ਕਰਕੇ ਐਡਮਿੰਟਨ ਵਰਗੀਆਂ ਕਮਿਊਨਿਟੀਜ਼ ਐਵਰੇਜ ਨਾਲੋਂ ਵੱਧ ਟੈਂਪਰੇਚਰ ਇੱਥੇ ਰਾਈਜ਼ ਹੋ ਰਿਹਾ ਤੇ ਇਹਦੇ ਜਿਹੜੇ ਨਤੀਜੇ ਅਸੀਂ ਦੇਖ ਰਹੇ ਹਾਂ ਕਿ ਜਦੋਂ ਵੀ ਹੁਣ ਤੁਸੀਂ ਨੋਟ ਕਰਦੇ ਹੋ ਕਿ ਜਦੋਂ ਮੀਂਹ ਪੈਂਦਾ ਗਰਮੀਆਂ ਦੇ ਵਿੱਚ ਉਹ ਇੰਨਾ ਤੇਜ਼ ਤੇ ਇੰਨਾ ਜ਼ਿਆਦਾ ਪੈਂਦਾ, ਇੱਕਦਮ ਹੀ ਡਿੱਗਦਾ ਪਾਣੀ ਤੇ ਉਹਦਾ ਕਾਰਨ ਵੀ ਇਹ ਹੈ ਕਿ ਕਲਾਈਮੇਟ ਦੇ ਵਿੱਚ ਤਬਦੀਲੀ ਹੋ ਰਹੀ ਆ। ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਬਹੁਤ ਜ਼ਰੂਰੀ ਹੈ ਕਿ ਕਲਾਈਮੇਟ ਬਾਰੇ ਐਕਸ਼ਨ ਲਿਆ ਜਾਵੇ ਤੇ ਉਸ ਸੰਬੰਧ ਦੇ ਵਿੱਚ ਜੋ ਫੈਡਰਲ ਗਵਰਨਮੈਂਟ ਨੇ ਪਲਾਨ ਲਿਆਂਦੇ ਉਹਦੇ ਨਾਲ ਜੌਬਸ ਵੀ ਕ੍ਰੀਏਟ ਹੋਣੀਆਂ ਨੇ। ਅਗਰ ਅਸੀਂ ਕਾਰਬਨ ਨੂੰ ਕੈਪਚਰ ਕਰਦੇ ਹਾਂ ਉਹਦੇ ਪਲਾਂਟ ਸਾਨੂੰ ਲਾਉਣੇ ਪੈਣੇ, ਇਨਫਰਾਸਟ੍ਰਕਚਰ ਬਿਲਡ ਕਰਨਾ ਪੈਣਾ। ਅਗਰ ਅਸੀਂ ਘਰਾਂ ਨੂੰ ਰਿਪੇਅਰ ਕਰਦੇ ਹਾਂ ਉਹਦੇ ਨਾਲ ਕਿੰਨੀਆਂ ਕੰਸਟਰਕਸ਼ਨ ਦੀਆਂ ਹੋਰ ਜੌਬਸ ਜਿਹੜੀਆਂ ਸ਼ੁਰੂ ਹੋਣੀਆਂ ਨੇ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਜੌਬ ਵੀ ਕ੍ਰੀਏਟ ਕਰੀਏ ਤੇ ਨਾਲ ਨਾਲ ਕਲਾਈਮੇਟ ਨੂੰ ਠੀਕ ਕਰਨ ਵਾਸਤੇ ਆਪਣਾ ਯੋਗਦਾਨ ਵੀ ਪਾਈਏ। ਮਤਲਬ ਜਦੋਂ ਵੀ ਲਿਬਰਲ ਸਰਕਾਰ ਹੁੰਦੀ ਆ ਕਈ ਵਾਰੀ ਤਾਂ ਇੱਦਾਂ ਲੱਗਦਾ ਹੁੰਦਾ ਜੀ ਵੀ ਇੱਥੇ ਵੀ ਉਹ ਭਾਰਤ ਵਾਲੀ ਪਾਲਿਸੀ ਆ ਵੀ ਜਿਵੇਂ ਮਤਲਬ ਇੱਕ ਸਰਕਾਰ ਦੂਸਰੀ ਸਰਕਾਰ ਨੂੰ ਹਮੇਸ਼ਾ ਸਹਿਯੋਗ ਨਾਲ ਨਹੀਂ ਰਾਦਰ ਦੈਨ ਵੀ ਉੱਥੇ ਕ੍ਰਿਟੀਸਾਈਜ਼ ਹੀ ਕਰਨਾ ਭਾਵੇਂ ਕਿਸ ਤਰ੍ਹਾਂ ਦੀ ਮਰਜ਼ੀ ਪਾਲਿਸੀ ਆ ਜਾਏ।
ਇਹ ਦੇਖੋ ਹੁਣ ਆਪੋਜੀਸ਼ਨ ਦਾ ਤਾਂ ਫਰਜ਼ ਹੁੰਦਾ ਕਿ ਕ੍ਰਿਟੀਸਾਈਜ਼ ਕਰਨਾ, ਪਰ ਪਰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਕਿ ਜੋ ਵਧੀਆ ਕੰਮ ਹੋ ਰਿਹਾ ਹੈ ਉਹਨਾਂ ਨੂੰ ਅੱਗੇ ਵਧਾਉਣ ਵਿੱਚ ਹਰ ਇੱਕ ਨੂੰ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ। ਤੇ ਇਹ ਬਜਟ ਮੈਂ ਸਮਝਦਾ ਕਿ ਲੋਕਾਂ ਵਾਸਤੇ, ਬਿਜ਼ਨੈਸਿਸ ਵਾਸਤੇ, ਨਵੀਂ ਇਕਾਨਮੀ ਨੂੰ ਪ੍ਰਮੋਟ ਕਰਨ ਵਾਸਤੇ, ਜਿਹੜੀਆਂ ਜੌਬ ਲੂਜ਼ ਹੋਈਆਂ ਨੇ ਉਹਨਾਂ ਨੂੰ ਦੁਬਾਰਾ ਗੇਨ ਕਰਨ ਵਾਸਤੇ, ਤੇ ਪੇਰੈਂਟਸ ਨੂੰ ਹੈਲਪ ਕਰਨ ਵਾਸਤੇ, ਤਾਂ ਕਿ ਉਹ ਦੁਬਾਰਾ ਆਪਣੀ ਜਿਹੜੀ ਜੌਬਸ ਫਾਈਂਡ ਕਰ ਸਕਣ, ਮਾਰਕੀਟ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਕਰ ਸਕਣ। ਇਹ ਬਹੁਤ ਵਧੀਆ ਬਜਟ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜੀ ਕੁਛ ਇਦਾਂ ਦੀ ਗੱਲ ਵੀ ਉਠਾਈ ਜਾਂਦੀ ਆ ਵੀ ਦੇਖੋ ਜੀ, ਸਰਕਾਰ ਜੇ ਘਰ ਬੈਠਿਆਂ ਲੋਕਾਂ ਨੂੰ ਪੈਸੇ ਦੇਈ ਜਾਂਦੀ ਆ ਤੇ ਉਹ ਕੰਮ ਕਰਨ ਲਈ ਕੋਈ ਮਤਲਬ ਇਨਸੈਂਟਿਵ ਨਹੀਂ ਰਹਿ ਜਾਂਦਾ, ਉਹਨਾਂ ਨੂੰ ਕੀ ਆਖੋਗੇ ਤੁਸੀਂ? ਦੇਖੋ, ਜਦੋਂ ਕੋਵਿਡ ਦੇ ਮਾਰ ਪਾਈ ਸੀ ਤਾਂ ਆਪਾਂ ਸਾਰਿਆਂ ਨੂੰ ਕਹਿ ਰਹੇ ਸੀ ਕਿ ਤੁਸੀਂ ਘਰੇ ਰਹੋ, ਆਪਣੀ ਸਿਹਤ ਦਾ ਖਿਆਲ ਰੱਖੋ। ਅਗਰ ਲੋਕਾਂ ਨੂੰ ਅਸੀਂ ਘਰੇ ਰਹਿਣ ਵਾਸਤੇ ਕਹਿ ਰਹੇ ਹਾਂ ਤਾਂ ਉਹਨਾਂ ਨੂੰ ਆਪਣੀ ਰੋਟੀ ਰੋਜੀ ਚਲਾਉਣ ਵਾਸਤੇ, ਆਪਣੇ ਘਰ ਦੇ ਖਰਚੇ ਚਲਾਉਣ ਵਾਸਤੇ ਸਪੋਰਟ ਦੀ ਵੀ ਲੋੜ ਹੈਗੀ ਆ। ਹਾਂ, ਕਿ ਸਿਸਟਮ ਦੇ ਵਿੱਚ ਥੋੜਾ ਬਹੁਤਾ ਕੋਈ ਅਬਿਊਜ਼ ਕਰ ਰਿਹਾ ਉਹਨੂੰ ਰੋਕਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਤੇ ਹੋ ਵੀ ਰਹੀ ਹੈ। ਪਰ ਇਹ ਕਹਿਣਾ ਕਿ ਲੋਕੀ ਘਰੇ ਬੈਠੇ ਪੈਸੇ ਲੈ ਰਹੇ ਨੇ ਇਸ ਕਰਕੇ ਕੰਮ ਤੇ ਨਹੀਂ ਜਾ ਰਹੇ, ਅਗਰ ਕੋਈ ਕਰ ਰਿਹਾ ਤਾਂ ਉਹ ਗਲਤ ਕਰ ਰਿਹਾ। ਪਰ ਮੈਜੋਰਿਟੀ ਲੋਕੀ ਸਿਆਣੇ ਨੇ, ਸਮਝਦਾਰ ਨੇ, ਇਮਾਨਦਾਰ ਨੇ, ਤੇ ਉਹ ਜਦੋਂ ਕੰਮ ਉਹਨਾਂ ਨੂੰ ਹੋਇਆ ਤਾਂ ਕੰਮ ਤੇ ਜਾਣ ਕੇ ਗਏ ਵੀ। ਆਲਮੋਸਟ 1 ਮਿਲੀਅਨ ਲੋਕੀ ਕੰਮ ਤੇ ਦੁਬਾਰਾ ਚਲੇ ਗਏ ਸੀ ਜਦੋਂ ਦੁਬਾਰਾ ਲਾਕਡਾਊਨ ਹੋਣ ਤੋਂ ਪਹਿਲਾਂ, ਜਾਂ ਜਿਹੜੀਆਂ ਰਿਸਟ੍ਰਿਕਸ਼ਨਸ ਆਉਣ ਤੋਂ ਪਹਿਲਾਂ। ਹੁਣ ਜਦੋਂ ਰਿਸਟ੍ਰਿਕਸ਼ਨਸ ਲੱਗੀਆਂ ਨੇ, ਇਸ ਕਰਕੇ ਹੋਰ ਲੇਆਫਸ ਹੋ ਰਹੀਆਂ ਨੇ, ਇਸ ਕਰਕੇ ਸਰਕਾਰ ਦਾ ਫਰਜ਼ ਬਣਦਾ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਘਰੇ ਰਹਿ ਕੇ ਉਹ ਆਪਣੀ ਦੇਖਭਾਲ ਕਰ ਸਕਣ। ਦੂਜਾ ਇੱਕ ਹੋਰ ਜਿਹੜਾ ਕੰਸਰਨ ਆਮ ਤੌਰ ਤੇ ਲੋਕੀ ਉਹ ਕਹਿੰਦੇ ਜੀ ਵੀ ਕਰਜ਼ਾ ਏਡਾ ਮਤਲਬ ਜ਼ਿਆਦਾ ਹੋ ਰਿਹਾ, ਇਹ ਅਖੇ ਆਉਣ ਵਾਲੀਆਂ ਜਿਹੜੀਆਂ ਪੁਸ਼ਤਾਂ ਉਹਨਾਂ ਨੂੰ ਮੋੜਨਾ ਪਏਗਾ, ਵੀ ਬੜੇ ਔਖੇ ਹੋਣਗੇ। ਉਹਦੇ ਤੇ ਕੀ ਆਖੋਗੇ ਤੁਸੀਂ? ਦੇਖੋ, ਇਸ ਵੇਲੇ ਕਰਜ਼ਾ ਠੀਕ ਹੈ ਵੀ ਜ਼ਰੂਰ ਜ਼ਿਆਦਾ ਹੈਗਾ, ਕਿਉਂਕਿ ਕੋਵਿਡ ਦੇ ਵਿੱਚ ਜਿੰਨੀ ਹੈਲਪ ਦੀ ਲੋੜ ਸੀ ਉਹ ਸਰਕਾਰ ਨੂੰ ਕਰਨੀ ਪੈਣੀ ਸੀ, ਉਹਦੇ ਵਾਸਤੇ ਕਰਜ਼ਾ ਚੁੱਕਣਾ ਵੀ ਪੈਣਾ ਸੀਗਾ। ਪਰ ਸਰਕਾਰ ਕਰਜ਼ਾ ਘੱਟ ਵਿਆਜ ਤੇ ਚੁੱਕਦੀ ਹੈ ਤੇ ਉਹਨੂੰ ਪੇ ਆਫ ਕਰਨ ਵਾਸਤੇ ਉਹਦੇ ਕੋਲ ਕਈ ਦਹਾਕੇ ਹੁੰਦੇ ਤੇ ਹੌਲੀ ਹੌਲੀ ਉਸ ਨੂੰ ਪੇ ਆਫ ਕਰ ਸਕਦੀ ਹੈ। ਅਗਰ ਇਹ ਸਰਕਾਰ ਆਪ ਕਰਜ਼ਾ ਨਾ ਚੁੱਕਦੀ ਤੇ ਪਰਿਵਾਰਾਂ ਨੂੰ ਇਹ ਕਰਜ਼ਾ ਚੁੱਕਣਾ ਪੈਣਾ ਸੀ, ਵਿਅਕਤੀਆਂ ਨੂੰ ਇਹ ਕਰਜ਼ਾ ਚੁੱਕਣਾ ਪੈਣਾ ਸੀ ਆਪਣੇ ਬਿਜ਼ਨਸ ਦੀਆਂ ਪੇਮੈਂਟਸ ਕਰਨ ਵਾਸਤੇ, ਆਪਣੀ ਮੋਰਗੇਜ ਪੇਮੈਂਟ ਕਰਨ ਵਾਸਤੇ, ਜਾਂ ਆਪਣੇ ਵਰਕਰਸ ਨੂੰ ਜਿਹੜੀਆਂ ਵੇਜਸ ਦੇਣੀਆਂ ਸੀਗੀਆਂ ਉਹ ਪੇ ਕਰਨ ਵਾਸਤੇ। ਸੋ ਇਹ ਇਸ ਵੇਲੇ ਬਹੁਤ ਹੀ ਜ਼ਰੂਰੀ ਸੀਗਾ। ਪਰ ਨਾਲ ਪਲਾਨ ਵੀ ਹੈ ਕਿ ਹੌਲੀ ਹੌਲੀ ਜਿਹੜਾ ਡੈਫਿਸਿਟ ਹੈ 2000 ਆਉਣ ਵਾਲੇ 4-5 ਸਾਲਾਂ ਦੇ ਵਿੱਚ 30 ਬਿਲੀਅਨ ਤੱਕ ਚਲਿਆ ਜਾਣਾ, ਘਟ ਜਾਣਾ। ਉਸ ਤੋਂ ਬਾਅਦ ਹੋਰ ਵੀ ਘਟਦਾ ਰਹਿਣਾ ਤੇ ਹੌਲੀ ਹੌਲੀ ਇਹ ਜਿਹੜਾ ਕਰਜ਼ਾ ਹੈ ਪੇ ਆਫ ਕੀਤਾ ਜਾਵੇਗਾ। ਪਰ ਇਸ ਵੇਲੇ ਜ਼ਰੂਰੀ ਸੀਗਾ ਕਿ ਲੋਕਾਂ ਦੇ ਭਾਰ ਨਾ ਪਵੇ, ਸਰਕਾਰ ਆਪ ਭਾਰ ਚੁੱਕ ਕੇ ਲੋਕਾਂ ਦੇ ਭਾਰ ਨੂੰ ਹਲਕਾ ਕਰ ਸਕੇ। ਅੱਛਾ, ਇੱਕ ਅਮਰਜੀਤ ਜੀ ਇਹ ਦੱਸੋ, ਜਿਹੜਾ ਇਮੀਗ੍ਰੇਸ਼ਨ ਵਾਲਾ ਸਿਲਸਿਲਾ ਹੈਗਾ ਜਿਹਦੇ 'ਚ ਕਿਹਾ ਜਾਂਦਾ ਵੀ ਹਜੇ ਸਾਨੂੰ ਇੰਨੇ ਇਮੀਗ੍ਰੈਂਟਸ ਚਾਹੀਦੇ ਨੇ, ਔਰ ਜਿਹੜੇ ਇੱਥੇ ਆਏ ਹੋਏ ਇਮੀਗ੍ਰੈਂਟ ਲਈ ਆ ਪਿਛਲੇ ਦਿਨਾਂ ਦੇ ਵਿੱਚ ਅਨਾਊਂਸਮੈਂਟ ਕੀਤੀ ਗਈ ਸੀਗੀ, ਇਹ ਆਪਾਂ ਵੇਖਿਆ ਡਜ਼ਨਟ ਮੈਟਰ ਵੀ ਕਿਸ ਤਰ੍ਹਾਂ ਦੀ ਪਾਲਿਸੀ ਸਰਕਾਰ ਲੈ ਕੇ ਆਉਂਦੀ ਹੈ ਜੀ, ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਐਕਸਪਲੋਇਟ ਹੋ ਰਹੇ ਆ, ਉਹਨਾਂ ਤੋਂ ਠੱਗੀ ਠੋਰੀ ਵੱਜ ਰਹੀ ਆ, ਪੈਸੇ ਲਏ ਜਾ ਰਹੇ ਆ ਲੋਕਾਂ ਵੱਲੋਂ, ਔਰ ਉਹ ਜਿਹੜੇ ਚਾਹੇ ਉਹ ਸਟੂਡੈਂਟ ਨੇ ਚਾਹੇ ਟੈਂਪਰੇਰੀ ਵਰਕਰ ਆ, ਬੜੇ ਔਖੇ ਹੁੰਦੇ ਆ। ਸਰਕਾਰ ਕੋਈ ਸੌਖਾ ਢੰਗ ਤਰੀਕਾ ਕਿਉਂ ਨਹੀਂ ਜੀ ਲੱਭ ਸਕਦੀ ਇਹਦੇ ਲਈ? ਤੁਸੀਂ ਦੇਖਿਆ ਹੋਣਾ ਕਿ ਕੁਝ ਦਿਨ ਪਹਿਲਾਂ ਮਿਨਿਸਟਰ, ਜਿਹੜੇ ਸਾਡੇ ਇਮੀਗ੍ਰੇਸ਼ਨ ਦੇ ਮਿਨਿਸਟਰ ਨੇ, ਉਹਨਾਂ ਨੇ ਹੁਣ ਸੌਖਾ ਕੀਤਾ ਕਿ ਜੋ ਸਟੂਡੈਂਟਸ ਟੈਂਪਰੇਰੀ ਵਰਕਰਸ ਇੱਥੇ ਰਹਿ ਰਹੇ ਨੇ, ਤਕਰੀਬਨ 90,000 ਦੇ ਕਰੀਬ ਉਹਨਾਂ ਨੇ ਪੋਜੀਸ਼ਨਸ ਓਪਨ ਕੀਤੀਆਂ ਨੇ ਕਿ ਉਹ ਆਪਣੇ ਆਪ ਐਪਲੀਕੇਸ਼ਨ ਕਰਨ ਤੇ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲੇਗੀ। ਤੇ ਉਹਨਾਂ ਨੂੰ ਵੀ ਪਰਮਾਨੈਂਸੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਉਹ ਵੀ ਉਹਨਾਂ ਨੇ ਲੋਅ ਕੀਤੀ ਹੈ ਕਿ ਜਿਹੜੇ ਤੁਹਾਨੂੰ ਇੰਗਲਿਸ਼ ਦੇ ਰਿਕੁਆਇਰਮੈਂਟਸ ਜਾਂ ਜਿਹੜੀਆਂ ਤੁਹਾਡੀਆਂ ਸਟੱਡੀਜ਼ ਦੀ ਰਿਕੁਆਇਰਮੈਂਟ ਜਾਂ ਤੁਹਾਡੇ ਵਰਕ ਦੀ ਰਿਕੁਆਇਰਮੈਂਟ, ਐਜ਼ ਲੌਂਗ ਐਜ਼ ਤੁਸੀਂ ਕੈਨੇਡਾ ਦੇ ਵਿੱਚ ਕੰਮ ਕੀਤਾ, ਤੁਹਾਡੇ ਕੋਲ ਕੈਨੇਡਾ ਦਾ ਐਕਸਪੀਰੀਅੰਸ ਹੈ, ਤੇ ਤੁਸੀਂ ਉਹਨਾਂ ਜਿਹੜੇ 90,000 ਪੋਜੀਸ਼ਨਸ ਹੈਗੇ ਉਹਨਾਂ ਵਾਸਤੇ ਅਪਲਾਈ ਕਰ ਸਕਦੇ ਹੋ। ਤੇ ਮੈਨੂੰ ਆਸ ਹੈ ਕਿ ਇਹਦੇ ਨਾਲ ਬਹੁਤ ਲੋਕੀ ਜੋ ਇਸ ਵੇਲੇ ਜਿਨ੍ਹਾਂ ਦਾ ਸਟੇਟਸ ਇੱਥੇ ਨਹੀਂ ਹੈ ਜਾਂ ਜਿਹੜੇ ਟੈਂਪਰੇਰੀ ਤੌਰ ਤੇ ਕੰਮ ਕਰ ਰਹੇ ਨੇ, ਉਹਨਾਂ ਨੂੰ ਪੱਕੇ ਹੋਣ ਦਾ ਮੌਕਾ ਮਿਲੇਗਾ ਤੇ ਅਲਟੀਮੇਟ ਸਿਟੀਜ਼ਨ ਹੋਣ ਦਾ ਮੌਕਾ ਮਿਲੇਗਾ। ਬੜੀ ਖੁਸ਼ੀ ਵਾਲੀ ਗੱਲ ਹੈ ਉਹਨਾਂ ਵਾਸਤੇ ਤੇ ਕੈਨੇਡਾ ਵਾਸਤੇ ਵੀ, ਕਿਉਂਕਿ ਆਲਰੇਡੀ ਜਿਹੜੇ ਕੰਮ ਕਰ ਰਹੇ ਨੇ, ਆਲਰੇਡੀ ਕੈਨੇਡਾ ਨੂੰ ਕੰਟਰੀਬਿਊਟ ਕਰ ਰਹੇ ਨੇ, ਕੈਨੇਡਾ ਨੂੰ ਵਧੀਆ ਬਣਾਉਣ ਵਾਸਤੇ, ਸਾਡੀ ਇਕਾਨਮੀ ਨੂੰ ਚਲਾਉਣ ਵਾਸਤੇ ਯੋਗਦਾਨ ਪਾ ਰਹੇ ਨੇ। ਤੇ ਅਗਰ ਉਹ ਇੱਥੇ ਕੈਨੇਡਾ ਦੇ ਵਿੱਚ ਰਹਿਣਗੇ ਉਹਨਾਂ ਨੂੰ ਵੀ ਫਾਇਦਾ ਹੋਣਾ ਹੈ ਤੇ ਸਾਨੂੰ ਸਾਰਿਆਂ ਨੂੰ ਆਪ ਵੀ ਫਾਇਦਾ ਹੋਣਾ।
ਮੈਂ ਕਿਤੇ ਨੇ ਇੱਕ ਗੱਲਬਾਤ ਹੀ ਸੁਣ ਰਿਹਾ ਸੀਗਾ ਸੋਈ ਸਾਹਿਬ, ਇਸ ਪੱਖ ਤੋਂ ਕੁਝ ਲੋਕ ਇਦਾਂ ਆ ਵੀ ਉਹ ਜਦੋਂ ਈਵਨ ਐਪਲੀਕੇਸ਼ਨਾਂ ਹੀ ਭਰਦੇ ਆ ਜੀ, ਤੇ ਉਹ ਐਪਲੀਕੇਸ਼ਨ ਭਰਨ ਦੇ ਲੋਕ ਉਹਨਾਂ ਤੋਂ ਪੈਸੇ ਲਈ ਜਾਂਦੇ ਨੇ। ਹਾਂਜੀ, ਦੇਖੋ, ਉਹ ਤਾਂ ਹੁਣ ਸਾਨੂੰ ਆਪਣੇ ਆਪ ਨੂੰ ਅਵੇਅਰ ਹੋਣਾ ਚਾਹੀਦਾ ਕਿ ਅਸੀਂ ਆਪਣੀ ਐਪਲੀਕੇਸ਼ਨ ਆਪ ਭਰ ਸਕਦੇ ਹਾਂ, ਜਾਂ ਅਸੀਂ ਜਿਨ੍ਹਾਂ ਤੋਂ ਭਰਾਉਣੀ ਆ ਉਹਦੇ ਵਿੱਚ ਅਕਾਊਂਟੇਬਿਲਿਟੀ ਕੀ ਹੈ, ਕਿੱਦਾਂ ਦਾ ਅਸੀਂ ਉਹਨਾਂ ਦੇ ਕੰਟਰੈਕਟ ਸਾਈਨ ਕਰਦੇ ਹਾਂ। ਹਾਂ, ਕਈ ਵਾਰ ਹਾਲਤ ਇੱਦਾਂ ਦੀ ਹੁੰਦੀ ਹੈ ਕਿ ਤੁਸੀਂ ਇੱਦਾਂ ਦੀ ਪੋਜੀਸ਼ਨ ਦੇ ਵਿੱਚ ਹੁੰਦੇ ਹੋ ਕਿ ਤੁਹਾਡੇ ਕੋਲ ਕੋਈ ਹੋਰ ਰਸਤਾ ਨਹੀਂ ਹੁੰਦਾ। ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਪਲੀਜ਼ ਇੱਕ ਦੂਜੇ ਦਾ ਸਾਥ ਦਿਓ, ਜੋ ਤੁਹਾਡਾ ਬਣਦਾ ਹੈ ਉਹ ਤੁਸੀਂ ਲਓ, ਕਿਸੇ ਤੋਂ ਵੱਧ ਚਾਰਜ ਨਾ ਕਰੋ, ਕਿਸੇ ਨੂੰ ਐਕਸਪਲੋਇਟ ਨਾ ਕਰੋ, ਤੇ ਇੱਕ ਦੂਜੇ ਦੀ ਮਦਦ ਕਰੋ। ਕਿਉਂਕਿ ਅਗਰ ਅਸੀਂ ਇੱਕ ਕਮਿਊਨਿਟੀ ਦੇ ਤੌਰ ਤੇ ਸਾਂਝੇ ਤੌਰ ਤੇ ਰਵਾਂਗੇ, ਇੱਕ ਦੂਜੇ ਦਾ ਸਾਥ ਦੇਵਾਂਗੇ, ਇਹਦਾ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਫਾਇਦਾ ਹੋਣਾ ਹੈ। ਸੋਈ ਸਾਹਿਬ, ਹੋਰ ਕੋਈ ਗੱਲਬਾਤ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋ? ਦੇਖੋ, ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਲੰਘ ਰਹੇ ਹਾਂ। ਹੁਣ ਲੱਗ ਰਿਹਾ ਕਿ ਕਹਿੰਦੇ ਹੁੰਦੇ ਕਿ ਦੇयर ਇਜ਼ ਲਾਈਟ ਐਟ ਦੀ ਐਂਡ ਆਫ ਦ ਟਨਲ। ਉਹ ਸਾਨੂੰ ਦੀਵਾ ਦਿਖਾਈ ਦੇ ਰਿਹਾ ਦੂਸਰੇ ਪਾਸੇ ਵੀ, ਸ਼ਾਇਦ ਉਹਦੀ ਰੌਸ਼ਨੀ ਦਿਖਾਈ ਦੇ ਰਹੀ ਹੈ। ਤੇ ਇਸ ਤਰ੍ਹਾਂ ਪਲੀਜ਼ ਕੁਝ ਹਫ਼ਤੇ ਹੋ ਰਹੇ ਹੰਬੜਾ ਮਾਰੀ, ਇੱਕ ਦੂਜੇ ਦਾ ਸਾਥ ਦਈਏ ਤੇ ਇਸ ਕਰੋਪੀ ਦੇ ਵਿੱਚੋਂ ਨਿਕਲੀਏ। ਤੇ ਜਦੋਂ ਨਿਕਲੇ ਤੇ ਆਪਣੇ ਆਪ ਦੀ ਜ਼ਿੰਦਗੀ ਤਾਂ ਸਾਡੀ ਵਧੀਆ ਹੋਣੀ ਹੈ, ਤੇ ਫਿਰ ਸਾਂਝੇ ਤੌਰ ਤੇ ਆਪਣੇ ਦੇਸ਼ ਨੂੰ, ਆਪਣੀ ਇਕਨੋਮੀ ਨੂੰ ਅੱਗੇ ਤੋਰਨ ਦੇ ਉਪਰਾਲੇ ਕਰੀਏ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।